ਵੈਰੀ ਗੁੱਡ ਮੋਰਨਿੰਗ ਸਟੂਡੈਂਟਸ। ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 9th ਕਲਾਸ ਦੀ ਵਰਕਸ਼ੀਟ ਨੰਬਰ 8 ਸੋਲਵ ਕਰਵਾਵਾਂਗੀ। ਅੱਜ ਦਾ ਸਾਡਾ ਟੌਪਿਕ ਹੈ ਕੁਆਡਰੀਲੇਟਰਲਸ, ਚਤੁਰਭੁਜ। ਤੁਸੀਂ ਜਾਣਦੇ ਹੋ ਕਿ ਚਾਰ ਭੁਜਾਵਾਂ ਵਾਲੀ ਜਿਹੜੀ ਇਨਕਲੋਜ਼ਡ ਫਿਗਰ ਹੈ, ਬੰਦ ਆਕ੍ਰਿਤੀ, ਉਸ ਨੂੰ ਚਤੁਰਭੁਜ ਕਹਿੰਦੇ ਹਨ। ਚਤੁਰਭੁਜ ਦੇ ਵਿੱਚ ਚਾਰ ਵਰਟਿਸਿਸ ਹੁੰਦੇ ਨੇ, ਸਿਖਰ ਬਿੰਦੂ, ਚਾਰ ਹੀ ਇਹਨਾਂ ਦੀਆਂ ਭੁਜਾਵਾਂ ਹੁੰਦੀਆਂ ਨੇ ਤੇ ਚਾਰ ਹੀ ਇਹਦੇ ਅੰਦਰ ਕੋਣ ਹੁੰਦੇ ਨੇ। ਹੁਣ ਥੋੜਾ ਜਿਹਾ ਸਮਝੋ ਪੁਆਇੰਟਸ ਦੇ ਬਾਰੇ ਕਿ ਜੇਕਰ ਪੁਆਇੰਟਸ ਇੱਕੋ ਲਾਈਨ ਦੇ ਉੱਪਰ, ਭਾਵੇਂ 3 ਪੁਆਇੰਟਸ ਜਾਂ 4 ਪੁਆਇੰਟ, ਜਦੋਂ ਇੱਕੋ ਲਾਈਨ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਨੇ ਉਹਨਾਂ ਨੂੰ ਅਸੀਂ ਸਮਰੇਖੀ ਬਿੰਦੂ ਕਹਿੰਦੇ ਆ ਜਾਂ ਕੋਲੀਨੀਅਰ ਪੁਆਇੰਟਸ। 3 ਪੁਆਇੰਟ ਵੀ ਹੋ ਸਕਦੇ ਨੇ ਇੱਕੋ ਲਾਈਨ ਤੇ, ਤਾਂ ਵੀ ਉਹਨਾਂ ਨੂੰ ਕੋਲੀਨੀਅਰ ਕਵਾਂਗੇ। ਇਸੇ ਤਰ੍ਹਾਂ ਦੂਸਰੇ ਡਾਇਗਰਾਮ ਦੇ ਵਿੱਚ ਮੈਂ 4 ਪੁਆਇੰਟਸ ਨੂੰ ਰੱਖਿਆ ਹੋਇਆ ਇੱਕੋ ਲਾਈਨ ਦੇ ਵਿੱਚ, ਉਹਨਾਂ ਨੂੰ ਵੀ ਬੱਚਿਓ ਅਸੀਂ ਕੋਲੀਨੀਅਰ ਪੁਆਇੰਟਸ ਕਵਾਂਗੇ ਜਾਂ ਸਮਰੇਖੀ ਬਿੰਦੂ ਕਵਾਂਗੇ। ਜਿਹੜਾ ਸਕਰੀਨ ਤੇ ਡਾਇਗਰਾਮ ਹੈ ਉਹ ਸਮਰੇਖੀ ਬਿੰਦੂਆਂ ਦਾ ਡਾਇਗਰਾਮ ਹੈ। ਜੇਕਰ ਅਸੀਂ ਉੱਪਰ ਵਾਲੇ ਦੇ ਵਿੱਚੋਂ 3 ਪੁਆਇੰਟਸ ਦੇ ਵਿੱਚੋਂ ਇੱਕ ਵੀ ਪੁਆਇੰਟ ਨੂੰ ਸ਼ਿਫਟ ਕਰ ਰਹੇ ਹਾਂ ਤੇ ਫਿਰ ਅਸੀਂ ਤਿੰਨੋਂ ਪੁਆਇੰਟਸ ਨੂੰ ਹੁਣ ਮਿਲਾ ਦਈਏ ਤੇ ਕਿਵੇਂ ਦਾ ਡਾਇਗਰਾਮ ਬਣੇਗਾ? ਇੱਕ ਟ੍ਰਾਇੰਗਲ ਬਣੇਗੀ, ਤ੍ਰਿਭੁਜ। ਇਸੇ ਤਰ੍ਹਾਂ ਅਗਰ 4 ਪੁਆਇੰਟਸ ਦੇ ਵਿੱਚੋਂ ਇੱਕ ਪੁਆਇੰਟ ਮੂਵ ਕਰਾਂਗੇ ਤੇ ਟ੍ਰਾਇੰਗਲ ਬਣੇਗੀ, ਇੱਕ ਹੋਰ ਪੁਆਇੰਟ ਮੂਵ ਕਰਾਂਗੇ ਤੇ ਇੱਕ ਚਤੁਰਭੁਜ ਬਣੇਗੀ। ਮਤਲਬ ਜਿਹੜੀ ਚਤੁਰਭੁਜ ਬਣ ਰਹੀ ਹੈ ਜਾਂ ਟ੍ਰਾਇੰਗਲ ਬਣ ਰਹੀ ਹੈਗੀ ਹੈ, ਉਹਦੇ ਵਿੱਚ ਜਿਹੜੇ ਪੁਆਇੰਟਸ ਨੇ ਉਹਨਾਂ ਦੀ ਕੰਡੀਸ਼ਨ ਹੈ ਕਿ ਉਹ ਨੌਨ ਕੋਲੀਨੀਅਰ ਹੋਣੇ ਚਾਹੀਦੇ ਨੇ, ਇੱਕੋ ਰੇਖਾ ਦੇ ਉੱਪਰ ਨਹੀਂ ਹੋਣੇ ਚਾਹੀਦੇ। ਕਿਉਂਕਿ ਜੇ ਤੇ ਉਹ ਇੱਕੋ ਰੇਖਾ ਦੇ ਉੱਪਰ ਪ੍ਰੈਜ਼ੈਂਟ ਹੋਣਗੇ ਤੇ ਉਹ ਇੱਕ ਲਾਈਨ ਬਣੇਗੀ, ਜੇ ਵੱਖ-ਵੱਖ ਬਿੰਦੂ ਹੋਣਗੇ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਤਾਂ ਫੇਰ ਹੀ ਉਹ ਟ੍ਰਾਇੰਗਲ ਜਾਂ ਫੇਰ ਹੀ ਉਹ ਚਤੁਰਭੁਜ ਜਿਹੜੀ ਆ ਉਹ ਬਣੇਗੀ। ਹੁਣ ਅਸੀਂ ਇਹਦੇ ਬੇਸਿਸ ਤੇ ਇੱਕ ਦੋ ਕੁਐਸਚਨਸ ਕਰਦੇ ਹਾਂ ਵਰਕਸ਼ੀਟ ਦਾ। ਫਸਟ ਕੁਐਸਚਨ ਹੈ, ਇੱਕ ਬਿੰਦੂ ਜੋ ਇੱਕ ਦੁਬਾਰਾ ਦੇਖ ਲਓ ਸਕਰੀਨ ਤੇ, ਥੋੜਾ ਮੈਂ ਵੱਡਾ ਕਰ ਰਹੀ ਹਾਂ, ਸਕਰੀਨ ਦੇਖੋ। ਪਹਿਲਾ ਕੁਐਸਚਨ, ਇੱਕ ਬਿੰਦੂ ਜੋ ਇੱਕ ਰੇਖਾ ਦੇ ਵਿੱਚ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਹੁਣ ਮੈਂ ਸਿਖਾਇਆ ਸੀਗਾ ਉਹਨਾਂ ਨੂੰ ਸਮਰੇਖੀ ਬਿੰਦੂ ਕਿਹਾ ਜਾਂਦਾ ਹੈ। ਸਮਰੇਖੀ ਮਤਲਬ ਇੱਕੋ ਰੇਖਾ ਦੇ ਉੱਪਰ ਸਥਿਤ ਹੁੰਦੇ ਨੇ। The points lies on same lines are called collinear। ਇੰਗਲਿਸ਼ ਵਿੱਚ ਅਸੀਂ ਇਹਨੂੰ ਕੋਲੀਨੀਅਰ ਪੁਆਇੰਟਸ ਲਿਖਾਂਗੇ। ਸੈਕਿੰਡ ਫਿਲਿਪਸ ਹੈਗਾ, ਉਹ ਬਿੰਦੂ ਜੋ ਇੱਕ ਹੀ ਰੇਖਾ ਦੇ ਵਿੱਚ ਨਾ ਹੋਣ ਉਹਨਾਂ ਨੂੰ ਕੀ ਕਵਾਂਗੇ? ਉਹਨਾਂ ਨੂੰ ਅਸੀਂ ਅਸਮਰੇਖੀ ਕਵਾਂਗੇ ਜਾਂ ਇੰਗਲਿਸ਼ ਦੇ ਵਿੱਚ ਨੌਨ ਕੋਲੀਨੀਅਰ ਕਵਾਂਗੇ, ਨੌਨ ਕੋਲੀਨੀਅਰ। ਅਗਲਾ ਕੁਐਸਚਨ ਹੈ, 3 ਅਸਮਰੇਖੀ ਬਿੰਦੂਆਂ ਨੂੰ ਜੋੜਨ ਤੇ ਚਤੁਰਭੁਜ ਪ੍ਰਾਪਤ ਹੁੰਦੀ ਹੈ? ਨਹੀਂ, ਇਹ ਤਾਂ ਬਿਲਕੁਲ ਗਲਤ ਹੈ, ਕਿਉਂਕਿ 3 ਜੇ ਪੁਆਇੰਟਸ ਅਸੀਂ ਜੋੜਾਂਗੇ ਉਹ ਤਾਂ ਫਿਰ ਟ੍ਰਾਇੰਗਲ ਬਣੇਗੀ। 4 ਵਾਸਤੇ ਤੇ ਸਾਨੂੰ ਕੁਆਡਰੀਲੇਟਰਲ ਚਾਹੀਦੀ ਹੈ, ਚਤੁਰਭੁਜ ਬਣਨੀ ਚਾਹੀਦੀ ਹੈ। ਇੱਥੇ ਜਿਹੜਾ ਸਟੇਟਮੈਂਟ ਆ ਉਹ ਗਲਤ ਲਿਖੀ ਹੋਈ ਹੈ ਕਿ ਕੁਆਡਰੀਲੇਟਰਲ ਇਜ਼ ਮੇਡ ਬਾਈ ਜੁਆਇਨਿੰਗ ਆਫ 4 ਕੋਲੀਨੀਅਰ ਪੁਆਇੰਟਸ। ਇੱਥੇ ਤਾਂ 3 ਲਿਖਿਆ ਹੋਇਆ, ਇਸ ਕਰਕੇ ਇਹ ਜਿਹੜੀ ਆ ਗਲਤ ਹੋਏਗੀ ਸਟੇਟਮੈਂਟ। ਅਗਲੀ ਸਟੇਟਮੈਂਟ ਦੇਖੋ, 4 ਅਸਮਰੇਖੀ ਬਿੰਦੂਆਂ ਨੂੰ ਕ੍ਰਮ ਵਿੱਚ ਜੋੜਨ ਤੇ ਕਿਹੋ ਜਿਹੀ ਆਕ੍ਰਿਤੀ ਪ੍ਰਾਪਤ ਹੁੰਦੀ ਹੈ? ਤੁਸੀਂ ਲਿਖੋ ਚਤੁਰਭੁਜ ਪ੍ਰਾਪਤ ਹੁੰਦੀ ਹੈ। 4 ਪੁਆਇੰਟਸ ਨੂੰ ਜੋੜਨ ਤੇ ਬਾਈ ਜੁਆਇਨਿੰਗ 4 ਨੌਨ ਕੋਲੀਨੀਅਰ ਪੁਆਇੰਟਸ ਵੀ ਗੈਟ ਕੁਆਡਰੀਲੇਟਰਲ। ਇੰਗਲਿਸ਼ ਮੀਡੀਅਮ ਵਾਲੇ ਵੀ ਬੱਚੇ ਇਸੇ ਤਰ੍ਹਾਂ ਲਿਖਣਗੇ। ਅੱਗੇ ਬੱਚਿਓ ਮੈਚਿੰਗ ਹੈਗੀ ਹੈ, ਬਹੁਤ ਈਜ਼ੀ ਹੈ। ਇੱਕ ਪਾਸੇ ਲਿਖਿਆ ਹੋਇਆ ਤ੍ਰਿਭੁਜ ਦੇ ਸਿਖਰ, ਚਤੁਰਭੁਜ ਦੇ ਸਿਖਰ, ਰੇਖਾਖੰਡ ਦੇ ਸਿਖਰ, ਪੰਜਭੁਜ ਦੇ ਸਿਖਰ, ਤੇ ਦੂਸਰੇ ਪਾਸੇ ਉਹਨਾਂ ਦੀ ਗਿਣਤੀ ਦਿੱਤੀ ਹੋਈ ਹੈ। ਤੁਸੀਂ ਜਾਣਦੇ ਹੋ ਕਿ ਟ੍ਰਾਇੰਗਲ ਦੇ ਵਿੱਚ ਕਿੰਨੇ ਸਿਖਰ ਬਿੰਦੂ ਜਾਂ ਵਰਟਿਸਿਸ ਹੁੰਦੇ ਨੇ? 3 ਹੁੰਦੇ ਨੇ, ਇਹਨੂੰ 3 ਨਾਲ ਮੈਚ ਕਰ ਦਿਓ। ਚਤੁਰਭੁਜ ਵਿੱਚ ਕਿੰਨੇ ਹੁੰਦੇ ਨੇ? 4। ਰੇਖਾਖੰਡ ਵਿੱਚ ਕਿੰਨੇ ਹੁੰਦੇ ਨੇ? ਕੋਈ ਵੀ ਨਹੀਂ। ਰੇਖਾਖੰਡ 2 ਪੁਆਇੰਟਸ ਨੂੰ ਵੀ ਮਿਲਾ ਕੇ ਬਣਾ ਸਕਦੇ ਹਾਂ, 3 ਨੂੰ ਵੀ, 4 ਨੂੰ ਵੀ, ਇਸ ਕਰਕੇ ਕੋਈ ਖਾਸ ਆਪਾਂ ਕਹਿ ਨਹੀਂ ਸਕਦੇ। ਵੈਸੇ ਅਗਰ ਸਿੰਪਲ ਹੋਏ ਤੇ ਘੱਟੋ ਘੱਟ 2 ਪੁਆਇੰਟ ਜਿਹੜੇ ਜ਼ਰੂਰ ਹੋਣੇ ਚਾਹੀਦੇ ਆ, 2 ਬਿੰਦੂ ਜ਼ਰੂਰ ਹੋਣੇ ਚਾਹੀਦੇ, ਪਰ 2 ਵਾਲੀ ਆਪਸ਼ਨ ਨਹੀਂ ਹੈਗੀ, ਇਸ ਕਰਕੇ ਅਸੀਂ ਇੱਥੇ ਲਗਾਵਾਂਗੇ ਕੋਈ ਨਹੀਂ। ਪੰਜਭੁਜ ਦੇ ਸਿਖਰ ਬਿੰਦੂ ਕਿਹੜੇ ਹੁੰਦੇ ਨੇ? 5।
ਲਿਖੋ ਇਹਨਾਂ ਨੂੰ ਐਜ਼ ਇਟ ਇਜ਼। ਉਸ ਤੋਂ ਬਾਅਦ ਅਸੀਂ 4th ਕੁਐਸਚਨ ਕਰਾਂਗੇ। 4th ਕੁਐਸਚਨ ਦੇ ਵਿੱਚ ਇੱਕ ਡਾਇਗਰਾਮ ਬਣਿਆ ਹੋਇਆ। 4th ਦਾ ਡਾਇਗਰਾਮ ਹੈ ਸਾਡੇ ਕੋਲ ਇਹ ਵਾਲਾ। ਇਸ ਡਾਇਗਰਾਮ ਵੱਲ ਦੇਖੀ ਜਾਣਾ ਅਸੀਂ ਤੇ ਡਾਇਗਰਾਮ ਵੱਲ ਦੇਖ ਦੇਖ ਕੇ ਜੋ ਜੋ ਪੁੱਛਿਆ ਅਸੀਂ ਉਹ ਲਿਖ ਦੇਣਾ। ਸਿਖਰ ਜਾਂ ਵਰਟਿਸਿਸ ਕਿਹੜੇ ਨੇ? A, B, C ਤੇ D। ਇਹ ਸਿਖਰ ਬਿੰਦੂ ਹੁੰਦੇ ਨੇ ਚਤੁਰਭੁਜ ਦੇ ਜਿਹੜਾ ਡਾਇਗਰਾਮ ਬਣਿਆ ਹੋਇਆ। ਭੁਜਾਵਾਂ ਕਿਹੜੀਆਂ ਕਿਹੜੀਆਂ ਨੇ? A ਤੋਂ ਲੈ ਕੇ B ਤੱਕ। ਕਿਹੜੀ ਕਿਹੜੀ ਭੁਜਾ ਆ? 4 ਭੁਜਾਵਾਂ, ਚਾਰੋਂ ਲਿਖ ਦਿਓ। AB, BC, ਕੌਮਾ ਪਾ ਕੇ CD, ਫਿਰ ਕੌਮਾ, ਫਿਰ A ਤੇ D। 4 ਭੁਜਾਵਾਂ ਨੇ ਸਾਈਡਸ। ਅੱਗੇ ਹੈਗਾ ਵਿਕਰਨ। ਵਿਕਰਨ ਮਤਲਬ ਡਾਇਗਨਲਸ। ਡਾਇਗਨਲਸ ਕਿਹੜੇ ਨੇ? ਕਾਰਨਰਸ ਵਾਲੇ ਜਿਹੜੇ ਹੈਗੇ ਆ ਉਹ ਮਿਲਾ ਦੇਣੇ, ਆਪੋਜ਼ਿਟ ਕਾਰਨਰਸ। ਆਪੋਜ਼ਿਟ ਵਰਟਿਸਿਸ ਨੂੰ ਮਿਲਾ ਕੇ ਜਿਹੜੀ ਇੱਕ ਲਾਈਨ ਬਣਦੀ ਪਈ ਹੈ ਉਹਨਾਂ ਨੂੰ ਡਾਇਗਨਲਸ ਜਾਂ ਵਿਕਰਨ ਕਹਿੰਦੇ ਆ। ਇਹਦੇ ਵਿੱਚ ਬੱਚਿਓ ਸਿਰਫ 2 ਹੀ ਵਿਕਰਨ ਹੁੰਦੇ ਨੇ, AC ਤੇ ਦੂਸਰਾ ਵਿਕਰਨ ਹੈ BD। ਹੁਣ ਲਾਗਵੀਆਂ ਭੁਜਾਵਾਂ ਕਿਹੜੀਆਂ ਕਿਹੜੀਆਂ ਨੇ ਇਸ ਡਾਇਗਰਾਮ ਦੇ ਵਿੱਚ? ਜਿਹੜੀਆਂ ਐਡਜੈਸੈਂਟ ਸਾਈਡ ਨੇ, ਲਾਗੇ ਲਾਗੇ ਵਾਲੀਆਂ। AD ਲਾਗੇ ਹੈ, AD ਦੇ ਲਾਗੇ ਕੌਣ ਹੈ? DC। 2 ਲਿਖੀਆਂ ਡਾਇਗਰਾਮ ਦੇ ਵਿੱਚ, 2 ਹੀ ਬਣਾ ਲਓ। ਇੱਥੇ 2 ਦੀ ਆਪਸ਼ਨ ਦਿੱਤੀ ਹੋਈ ਹੈ। ਦੂਸਰੀ ਬਣਾ ਲਓ ਤੁਸੀਂ AB। AB ਦੇ ਬਿਲਕੁਲ ਲਾਗੇ ਵਾਲੀ ਕਿਹੜੀ ਹੈਗੀ? BC। 2 ਭੁਜਾਵਾਂ ਦੇ ਨਾਮ ਲਿਖਣੇ ਸੀਗੇ ਜਿਹੜੀਆਂ ਬਿਲਕੁਲ ਲਾਗੇ ਵਾਲੀਆਂ ਭੁਜਾਵਾਂ ਨੇ। ਦੂਸਰਾ ਡਾਇਗਰਾਮ ਦੇਖੋ। ਹੁਣ ਦੂਸਰੇ ਦੇ ਵਿੱਚ ਇੱਕ ਹੋਰ ਡਾਇਗਰਾਮ ਬਣਿਆ ਹੋਇਆ। ਇਹਦੇ ਵਿੱਚ ਅਸੀਂ KLMN ਇੱਕ ਡਾਇਗਰਾਮ ਹੈ, ਉਹਦੇ ਸਾਹਮਣੇ ਜੋ ਵੀ ਖਾਲੀ ਥਾਵਾਂ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਫਿਲਅਪ ਕਰਨਾ ਹੈ। ਬਰਾਬਰ ਭੁਜਾਵਾਂ ਕਿਹੜੀਆਂ ਨੇ ਇਸ ਡਾਇਗਰਾਮ ਦੇ ਵਿੱਚ? ਦੇਖੋ ਤੀਰ ਦਾ ਨਿਸ਼ਾਨ ਇੱਕ ਉੱਪਰ ਆ ਰਿਹਾ ਇੱਧਰ ਨੂੰ, ਇੱਕ ਇੱਧਰ ਆ ਰਿਹਾ। ਇਹਦਾ ਮਤਲਬ M ਤੇ N ਜਿਹੜੀ ਸਾਈਡ ਹੈਗੀ ਹੈ ਤੇ K ਤੇ L ਵਾਲੀ ਸਾਈਡ ਉਹ ਆਪਸ ਵਿੱਚ ਬਰਾਬਰ ਹੈ। ਇੱਕ ਤੁਸੀਂ ਲਿਖ ਦਿਓ ਬੱਚਿਓ N ਤੇ M ਤੇ K ਤੇ L, ਇਹ ਹੈਗੀਆਂ ਇਕੁਅਲ ਸਾਈਡਸ, ਬਰਾਬਰ ਭੁਜਾਵਾਂ। ਦੂਸਰੇ ਪਾਸੇ ਦੇਖੋ ਇੱਧਰ ਵਾਲੀ, ਇਹ ਵਾਲੀ ਸਾਈਡ ਇਹਦੇ ਬਰਾਬਰ ਆ ਰਹੀ ਹੈ, ਲਿਖਿਆ ਹੋਇਆ ਇੱਥੇ ਬਰਾਬਰ। ਇਸ ਕਰਕੇ ਇੱਥੇ ਲਿਖੋ ਤੁਸੀਂ ਕਿ ਇੱਕ ਸਾਈਡ ਆ ਗਈ KN ਤੇ ML, ਇਹ ਦੋਨੋਂ ਆਪਸ ਦੇ ਵਿੱਚ ਬਰਾਬਰ ਹੈ। ਬਰਾਬਰ ਕੋਣ ਕਿਹੜੇ ਕਿਹੜੇ ਆ? ਹੁਣ ਅਸੀਂ ਕੋਣਾਂ ਦੀ ਗੱਲ ਕਰ ਲੈਂਦੇ ਹਾਂ। ਕਿਹੜੇ ਕਿਹੜੇ ਕੋਣ ਦਿਖਾਈ ਦੇ ਰਹੇ ਆ? N ਜਿਹੜਾ ਐਂਗਲ ਹੈ ਉਹ L ਦੇ ਬਰਾਬਰ ਹੈ, ਤੇ ਲਿਖ ਲੈਂਦੇ ਹਾਂ ਕਿ ਐਂਗਲ N ਤੇ ਐਂਗਲ L ਆਪਸ ਦੇ ਵਿੱਚ ਬਰਾਬਰ ਹੈ। ਦੂਸਰੇ ਪਾਸੇ K ਦੇ ਵਿੱਚ ਵੀ 2 ਲਾਈਨਸ ਲਗਾਈਆਂ ਹੋਈਆਂ, M ਦੇ ਵੀ ਐਂਗਲ ਤੇ ਵੀ 2 ਲਾਈਨਾਂ ਲਗਾਈਆਂ ਹੋਈਆਂ, ਮਤਲਬ ਐਂਗਲ K ਵੀ ਤੇ ਐਂਗਲ M ਵੀ ਆਪਸ ਦੇ ਵਿੱਚ ਬਰਾਬਰ ਹੈਗੇ ਹੈ। ਹੁਣ ਸਮਾਂਤਰ ਭੁਜਾਵਾਂ ਕਿਹੜੀਆਂ ਨੇ? ਅੱਗੇ ਪੁੱਛਿਆ ਗਿਆ ਕਿ ਇਹਨਾਂ ਦੀ ਸਮਾਂਤਰ ਭੁਜਾਵਾਂ ਕਿਹੜੀਆਂ ਨੇ। ਸਮਾਂਤਰ ਭੁਜਾਵਾਂ ਆਮੋ ਸਾਹਮਣੇ ਵਾਲੀਆਂ ਪੈਰਲਲ ਸਾਈਡਸ MN KL ਦੇ ਸਮਾਂਤਰ ਹੈ। ਇਸ ਸਮਾਂਤਰ ਦਾ ਬੱਚਿਓ ਇਹ ਨਿਸ਼ਾਨ ਬਣਾਉਣਾ ਹੈ, ਲੰਬਾ ਜਿਹਾ 2 ਇਕੁਅਲ ਟੂ ਦੇ ਨਿਸ਼ਾਨ ਉਲਟੇ ਕਰਕੇ 2 ਲਾਈਨਸ ਬਣਾ ਲੈਣੀਆਂ। NM ਜਿਹੜੀ ਹੈ ਉਹ KL ਦੇ ਪੈਰਲਲ ਹੈਗੀ ਹੈ, ਔਰ K ਤੇ N ਪੈਰਲਲ ਟੂ M ਤੇ L, 2 ਸਮਾਂਤਰ ਭੁਜਾਵਾਂ ਨੇ। 5th ਕੁਐਸਚਨ ਹੈ, ਸਮਾਂਤਰ ਭੁਜਾਵਾਂ ਦਾ ਡੈਸ਼ ਉਸਨੂੰ 2 ਸਰਬੰਗ ਸਮਤ੍ਰਿਭੁਜਾਂ ਦੇ ਵਿੱਚ ਵੰਡ ਦਿੰਦਾ ਹੈ। ਸਮਾਂਤਰ ਚਤੁਰਭੁਜ ਤੁਹਾਡੇ ਸਾਹਮਣੇ ਬਣੀ ਹੋਈ ਹੈ। ਜੇ ਅਸੀਂ ਇਹਦਾ ਡਾਇਗਨਲ ਬਣਾਈਏ ਨਾ ਵਿਕਰਨ, ਤੇ ਵਿਕਰਨ ਬਣੇਗਾ ਇਹ ਵਾਲਾ ਬਲੈਕ ਕਲਰ ਵਾਲਾ, ਆਹ ਵਿਕਰਨ ਹੈ। ਤੇ ਵਿਕਰਨ ਜਿਹੜਾ ਉਹਨਾਂ ਨੂੰ ਕੀ ਕਰ ਦਿੰਦਾ ਹੈ? 2 ਸਰਬੰਗ ਸਮਤ੍ਰਿਭੁਜਾਂ ਦੇ ਵਿੱਚ ਵੰਡ ਦਿੰਦਾ ਹੈ। ਇੱਥੇ ਅਸੀਂ ਲਿਖਾਂਗੇ ਵਿਕਰਨ, ਇੰਗਲਿਸ਼ ਵਾਲੇ ਲਿਖਣਗੇ ਬੱਚੇ ਇੱਥੇ ਡਾਇਗਨਲ।
Diagonal of parallelogram divided it into two congruent triangles। ਬੱਚਿਓ ਸਮਾਂਤਰ ਚਤੁਰਭੁਜ ਜਿਹੜੀ ਹੈ ਨਾ ਉਹ ਚਤੁਰਭੁਜ ਦੀਆਂ ਕਿਸਮਾਂ ਦੇ ਵਿੱਚੋਂ ਇੱਕ ਸਪੈਸ਼ਲ ਚਤੁਰਭੁਜ ਹੁੰਦੀ ਹੈ। ਇਹਨੂੰ ਇੰਗਲਿਸ਼ ਦੇ ਵਿੱਚ ਪੈਰਲੈਲੋਗ੍ਰਾਮ ਕਹਿੰਦੇ ਨੇ। ਸਮਾਂਤਰ ਚਤੁਰਭੁਜ ਦੇ ਵਿੱਚ ਆਮੋ ਸਾਹਮਣੇ ਵਾਲੀਆਂ ਜਿਹੜੀਆਂ ਭੁਜਾਵਾਂ ਨੇ ਉਹ ਸਮਾਂਤਰ ਵੀ ਹੁੰਦੀਆਂ ਨੇ, ਬਰਾਬਰ ਵੀ ਹੁੰਦੀਆਂ ਨੇ ਤੇ ਇੱਕ ਦੂਸਰੇ ਦੇ ਪੈਰਲਲ ਵੀ ਹੁੰਦੀਆਂ ਨੇ। ਹੁਣ ਸੈਕਿੰਡ ਕੁਐਸਚਨ ਕਰਦੇ ਹਾਂ। ਕਿਸੇ ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਮਿਲਾਉਣ ਤੇ ਰੇਖਾਖੰਡ ਤੀਸਰੀ ਭੁਜਾ ਦੇ ਸਮਾਂਤਰ ਹੁੰਦਾ ਹੈ। ਲਿਖੋ ਸਮਾਂਤਰ ਹੁੰਦਾ ਹੈ, ਪੈਰਲਲ। ਹੁਣ ਦੇਖੋ ਕੀ ਪੁੱਛਿਆ ਗਿਆ ਹੈ ਇਹਦੇ ਵਿੱਚ। ਕਿਸੇ ਤ੍ਰਿਭੁਜ, ਆ ਇੱਕ ਤ੍ਰਿਭੁਜ ਬਣਾ ਲਈ, ਕੋਈ ਦੋ ਭੁਜਾਵਾਂ, ਕਿਹੜੀਆਂ ਕਿਹੜੀਆਂ ਭੁਜਾਵਾਂ ਲੈ ਲਈਏ? ਅਸੀਂ ਲੈ ਲੈਂਦੇ ਹਾਂ ਕੋਈ ਦੋ ਭੁਜਾਵਾਂ, ਇੱਕ ਇੱਧਰ ਵਾਲੀ, ਇੱਕ ਇੱਧਰ ਵਾਲੀ। ਇਹਨਾਂ ਦੇ ਮੱਧ ਬਿੰਦੂ ਇੱਥੇ ਹੋਣਗੇ, ਮੰਨ ਲਓ ਇੱਥੇ ਨੇ। ਉਹਨਾਂ ਨੂੰ ਮਿਲਾਉਣ ਵਾਲਾ ਇਹ ਮਿਲਾ ਦਿੰਦੇ ਆ। ਉਹ ਜਿਹੜੀ ਲਾਈਨ ਬਣੀ ਆ, ਹੁਣ ਨਵੀਂ ਲਾਈਨ ਬਣੀ ਹੈ, ਉਹ ਪਹਿਲੀ ਵਾਲੀ ਲਾਈਨ ਜਿਹੜੀ ਹੈ, ਥੋੜਾ ਮੈਂ ਤੁਹਾਨੂੰ ਡਾਰਕ ਕਰਕੇ ਦੱਸ ਦਿੰਦੀ ਆ ਕਿ ਹੁਣ ਜਿਹੜੀਆਂ ਲਾਈਨਾਂ, ਇੱਕ ਜਿਹੜੀ ਹੁਣ ਬਣੀ ਇਹ ਵਾਲੀ ਔਰ ਇੱਕ ਪਹਿਲੇ ਜਿਹੜੀ ਲਾਈਨ ਸੀ ਤੀਸਰੀ ਭੁਜਾ, ਉਹ ਕਿਹੋ ਜਿਹੀਆਂ ਲਾਈਨਾਂ ਨੇ? ਤੇ ਇਹ ਕੀ ਨੇ? ਆਪਸ ਦੇ ਵਿੱਚ ਸਮਾਂਤਰ ਰੇਖਾਵਾਂ ਨੇ। ਤਾਂ ਕਰਕੇ ਅਸੀਂ ਇੱਥੇ ਲਿਖਿਆ ਸਮਾਂਤਰ ਰੇਖਾਵਾਂ। ਨੈਕਸਟ ਤੀਸਰਾ ਕੁਐਸਚਨ ਹੈ, ਡੈਸ਼ ਦੇ ਵਿਕਰਨ ਇੱਕ ਦੂਜੇ ਨੂੰ ਸਮਕੋਣ ਤੇ ਸਮਦੁਭਾਜਿਤ ਕਰਦੇ ਹਨ। ਸਾਡੇ ਕੋਲ ਆਪਸ਼ਨ ਹੈਗੀ ਹੈ ਸਮ ਚਤੁਰਭੁਜ ਜਾਂ ਆਇਤ, ਰੋਮਬਸ ਜਾਂ ਰੈਕਟੈਂਗਲ। ਤੇ ਜਦੋਂ ਤੁਸੀਂ ਟਾਈਪਸ ਆਫ ਟ੍ਰਾਇੰਗਲਸ ਪੜ੍ਹੋਗੇ ਨਾ, ਉਹਦੇ ਵਿੱਚ ਰੋਮਬਸ ਇੱਕ ਇਹੋ ਜਿਹੀ ਕਿਸਮ ਹੈਗੀ ਹੈ ਸਮ ਚਤੁਰਭੁਜ ਜਿਹਦੇ ਵਿਕਰਨ ਇੱਕ ਦੂਜੇ ਨੂੰ ਸਮਕੋਣ ਤੇ ਸਮਦੁਭਾਜਿਤ ਕਰਦੇ ਨੇ। ਤੇ ਇਹਦਾ ਆਨਸਰ ਆਏਗਾ ਫਿਰ ਸਮ ਚਤੁਰਭੁਜ ਜਾਂ ਰੋਮਬਸ। ਸਮ ਚਤੁਰਭੁਜ ਜਾਂ ਰੋਮਬਸ ਜਿਹਦੇ ਵਿਕਰਨ ਇੱਕ ਦੂਸਰੇ ਨੂੰ ਸਮਕੋਣ ਤੇ ਸਮਦੁਭਾਜਿਤ ਕਰਦੇ ਹਨ। ਹੁਣ ਅਸੀਂ 3 ਕੁਐਸਚਨਸ ਕਰਾਂਗੇ। ਇਹ ਸੀਗੇ ਛੋਟੇ ਛੋਟੇ ਕੁਐਸਚਨਸ 1 ਮਾਰਕ ਵਾਲੇ। ਹੁਣ ਥੋੜੇ ਵੱਡੇ ਕੁਐਸਚਨਸ ਕਰਾਂਗੇ ਜਿਹੜੇ ਕਿ 4 ਨੰਬਰ ਦੇ ਕੁਐਸਚਨਸ ਵਿੱਚ ਆਉਂਦੇ ਨੇ। 6ਵਾਂ ਕੁਐਸਚਨ ਹੈ 6 ਨੰਬਰ ਵਾਲਾ। ਇਹ ਇੱਕ ਬੱਚੋ ਥਿਊਰਮ ਹੈਗੀ ਹੈ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਇਹਨੂੰ ਪ੍ਰੂਫ ਕਰਨ ਵਾਸਤੇ ਇੱਕ ਡਾਇਗਰਾਮ ਬਣਾਵਾਂਗੇ। A, B ਤੇ C ਤੇ D, ਕੋਈ ਵੀ ਨਾਮ ਰੱਖ ਲੈਣੇ, ਇੱਕ ਵਰਗ ਬਣਾਵਾਂਗੇ। ਹੁਣ ਦੱਸਣਾ ਕੀ ਹੈ ਇਹਦੇ ਵਿੱਚ, ਅਸੀਂ ਕੀ ਕੀ ਪ੍ਰੂਫ ਕਰਨਾ ਹੈ? 2 ਚੀਜ਼ਾਂ ਕਿ ਜਿਹੜੇ ਵਿਕਰਨ, ਵਰਗ ਦੇ ਵਿਕਰਨ ਹੁੰਦੇ ਨੇ ਡਾਇਗਨਲਸ, ਉਹ ਆਪਸ 'ਚ ਬਰਾਬਰ ਹੈ। ਮਤਲਬ ਪਹਿਲੇ ਬੱਚੇ ਅਸੀਂ ਪ੍ਰੂਫ ਕਰਨਾ ਹੈ ਕਿ AC ਜਿਹੜਾ ਹੈ A ਤੋਂ ਲੈ ਕੇ C ਤੱਕ ਦਾ ਡਾਇਗਰਾਮ ਤੇ B ਤੋਂ ਲੈ ਕੇ D ਤੱਕ ਦੀ ਲਾਈਨ, ਜਿਹੜੇ ਵਿਕਰਨ ਹੈਗੇ ਆ ਉਹ ਆਪਸ ਦੇ ਵਿੱਚ ਬਰਾਬਰ ਹੈ। ਇੱਥੋਂ ਤੱਕ ਅਸੀਂ ਪਹੁੰਚਣਾ ਹੈ। ਦੂਸਰਾ ਕੁਐਸਚਨ ਅਸੀਂ ਪਹੁੰਚਣਾ ਹੈ ਕਿ ਆਪਸ ਵਿੱਚ ਸਮਕੋਣ ਤੇ ਵੀ ਸਮਦੁਭਾਜਿਤ ਕਰਦੇ ਨੇ, ਕਿ ਜਿਹੜੇ 2 ਵਿਕਰਨ ਅਸੀਂ ਬਣਾਏ ਆ AC ਤੇ BD, ਉਹ ਆਪਸ ਦੇ ਵਿੱਚ ਲੰਬ ਵੀ ਹੈਗੇ ਨੇ। ਸਮਕੋਣ ਤੇ ਸਮਦੁਭਾਜਿਤ ਦਾ ਮਤਲਬ ਹੈ ਕਿ AC ਜਿਹੜਾ ਹੈ ਉਹ ਪਰਪੈਂਡੀਕੂਲਰ ਹੋਵੇ B ਤੇ D ਦੇ। ਇਹ 2 ਪੁਆਇੰਟ ਅਸੀਂ ਇਸ ਥਿਊਰਮ ਦੇ ਵਿੱਚ ਪ੍ਰੂਫ ਕਰਾਂਗੇ। ਸਭ ਤੋਂ ਪਹਿਲੇ ਡਾਇਗਰਾਮ ਦੇ ਵੱਲ ਹੀ ਫੋਕਸ ਕਰਾਂਗੇ ਆਪਾਂ। ਸਭ ਤੋਂ ਪਹਿਲੇ ਮੈਂ ਟਰਾਇੰਗਲ ਚੂਜ਼ ਕਰ ਰਹੀ ਹਾਂ ABC। ਦੂਸਰੀ ਮੈਂ ਕਿਸੇ ਹੋਰ ਕਲਰ ਨਾਲ ਬਣਾ ਦਿੰਨੀ ਹਾਂ, ਗ੍ਰੀਨ ਦੇ ਨਾਲ। ਇਹ ਦੋਨੋਂ ਟਰਾਇੰਗਲਸ ਵੱਲ ਧਿਆਨ ਨਾਲ ਤੁਸੀਂ ਦੇਖਣਾ ਹੈ। ABC ਨਾਲ ਨਾਲ ਤੁਸੀਂ ਲਿਖੀ ਜਾਣਾ ਆ। ਇਨ ਟਰਾਇੰਗਲ ABC and triangle BDC, ਅਸੀਂ 3 ਚੀਜ਼ਾਂ ਬਰਾਬਰ ਕਰਨੀਆਂ ਆ ਤਾਂ ਕਿ ਇਹ ਦੋਨੋਂ ਟਰਾਇੰਗਲਸ ਕਿਸੇ ਤਰ੍ਹਾਂ ਸਰਬੰਗ ਸਮ ਪ੍ਰੂਵ ਹੋ ਜਾਣ। ਕੌਨਗਰੈਂਟ ਟਰਾਇੰਗਲ ਪ੍ਰੂਵ ਕਰਨ ਲੱਗੇ ਆ, ਉਹਦੇ ਵਾਸਤੇ ਸਾਨੂੰ ਕੋਈ 3 ਚੀਜ਼ਾਂ ਬਰਾਬਰ ਚਾਹੀਦੀਆਂ ਨੇ। ਤੇ ਅਸੀਂ ਬਰਾਬਰ ਕਰ ਲੈਂਦੇ ਹਾਂ ਕਿ ਇਹਦੇ ਵਿੱਚ AB ਜਿਹੜੀ ਸਾਈਡ ਹੈ ਉਹ DC ਦੇ ਬਰਾਬਰ ਹੈ। AB ਸਾਈਡ is equal to DC। ਕਿਉਂਕਿ ਇਹ ਵਰਗ ਹੈਗਾ ਤੇ ਵਰਗ ਜਿਹੜੀਆਂ ਸਾਰੀਆਂ ਭੁਜਾਵਾਂ ਬਰਾਬਰ ਨੇ ਤੇ ਆਮੋ ਸਾਹਮਣੇ ਵਾਲੀਆਂ ਤੇ ਫਿਰ ਬਰਾਬਰ ਹੋਣਗੀਆਂ ਹੀ। ਇਸ ਕਰਕੇ ਇਹ ਸਾਨੂੰ ਪਹਿਲੇ ਦਿੱਤਾ ਹੋਇਆ, ਕਿਉਂਕਿ ਇਹ ਗਿਵਨ ਹੈਗਾ
वर्ग की कंडीशन ही आई है कि चारों भुजावां आपस में बराबर होंदियां ने। हुण एंगल देखो, एंगल जिहड़ा अंदर वाला बी है, एंगल बी ते एंगल सी वो भी की है 90-90 डिग्री का आ, क्योंकि वर्ग के सारे कोण जिहड़े आ 90 डिग्री के होंदे आ, इस करके दूसरी कंडीशन भी आ गई। तीसरा देखो, BC BC के बराबर है, क्योंकि ये कॉमन हैगा, साझा आ। हुण तिन्नां दे विचों एक साइड, एक एंगल ते एक साइड, इस रूल के अकॉर्डिंग ए दोनों ट्राइंगल सरबंग सम हो गई, मतलब कॉन्गरेंट हो गई। इनू असीं लिखांगे अकॉर्डिंग टू द रूल SAS बोथ ट्राइंगल्स ABC ते सरबंग सम हो गया। निशान बना देना तुसीं ट्राइंगल BDC दियां। ਇਹਦਾ मतलब है कि AC जिहड़ा है वो भी BD दे बराबर हो सकता है। पहला पॉइंट साडा क्लीयर हो गया। हुण सैकेंड पॉइंट क्लीयर करने वास्ते असी कोई होर चूज़ कर लैंदे आ ट्राइंगल। वो किहड़ी असी चूज़ कर लैंदे आ, थोड़ा मैं कलर चेंज कर दिन्नी आ, ब्लू कलर। देखो हुण असी किहड़ी किहड़ी ट्राइंगल लैनी आ, एक लैनी आ ब्लू कलर वाली, एक ट्राइंगल असी लै लैंदे आ पिंक वाली। जिथे लाइनस कट कर रही ने उत्थे दो ट्राइंगल्स जिहड़ियां ने इत्थे ओ लिख लैंदे आ, इत्थे बच्चे ओ लिखना तुसीं। दोनों डायगनल्स जिथे मीट कीते आ मिले आ उन्होंने ओ कह देना। हुण दोनों ट्राइंगल्स विच ओ लिखोगे किवें तुसीं, इन ट्राइंगल BOC। हुण छोटियां दो ट्राइंगल्स लै रहे हैं एंड ट्राइंगल OCD। ਇਹਦੇ ਵਿੱਚ ਵੀ ਅਸੀਂ ਤਿੰਨ ਚੀਜ਼ਾਂ ਬਰਾਬਰ ਕਰਨ ਲੱਗੇ ਹਾਂ। BC CD ਦੇ ਬਰਾਬਰ ਹੈ, ਇਹ ਵੀ ਦਿੱਤਾ ਹੋਇਆ ਸਾਨੂੰ, ਕਿਉਂਕਿ ਵਰਗ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੈ। OB OD ਦੇ ਬਰਾਬਰ ਹੈ, ਇੱਥੇ ਲਿਖੋ, ਕਿਉਂਕਿ ਜਿਹੜੀਆਂ ਸਮਾਂਤਰ ਚਤੁਰਭੁਜ ਦੇ ਵਿਚਕਾਰ ਦੀਆਂ समांतर चतुर्भुज के विकर्ण, OB किहड़ा हो गया, विकर्ण हो गया। विकर्ण जिहड़े आपस विच समदुभाजित भी करते हैं, क्योंकि वर्ग जिहड़ा वो की है एक समांतर चतुर्भुज वांगू बिहेव करता है, तो उहदे विकर्ण जिहड़े आ एक दूसरे नूं समदुभाजित करते हैं। विकर्ण समदुभाजित। हुण तीसरी चीज़ किहड़ी बराबर करन लगे आ कि OC जिहड़ा है वो OC दे बराबर है, क्योंकि ये दोनों विच कॉमन साइड है, सांझी भुजा आ। इस करके BOC भी सरबंग सम हो गई पहली ट्राइंगल की तरह OCD दे। इत्थों असीं बच्चों साबित कर लिया कि जिहड़ा BOC एंगल है वो भी फिर आपस दे विच बराबर होवेगा। इत्थे पहुँचदे असीं, इत्थे लिखो BOC एंगल बराबर है COD दे, जो कि 90 डिग्री दे बराबर है। हुण दोनों कोण 90 डिग्री दे बराबर हो गए, इस करके सम कोण ते समदुभाजित करते हैं। BOC ते COD आपस दे विच बराबर हो गए। हुण 90 डिग्री किद्दां आया, इनू थोड़ा जिहा असीं होर भी सॉल्व कर सकते हैं। थोड़ा मैं इनू असीं इत्थे सॉल्व करते हैं। 90 डिग्री किद्दां आया, क्योंकि असीं जानते हैं कि दोनों जिहड़े एंगल्स ने वो तां 180 के बराबर होने चाहिए। दोनों का जोड़ BOC प्लस COD ये इक्को लाइन के रेखी जोड़ा बना रहे हैं, इस करके ना दोनों का जोड़ 180 डिग्री है। जे दोनों बराबर ने तो BOC दे बराबर लिख लो, ये बन गया 2 BOC। तो दो कोण जे 180 के बराबर है तो उन्होंने विचों फिर एक कोण किहदे बराबर आएगा, 90 के बराबर आ गया। तां करके मैं इत्थे डायरैक्ट लिख दिता कि BOC जिहड़ा है वो 180/2 मतलब 90 के बराबर है। तुसीं इत्थों तक भी कर सकते हो, क्योंकि दोनों कोणां दा जोड़ 180 डिग्री है, दोनों बराबर ने, तो फिर एक दे हिस्से कितना आया 90 डिग्री। इस करके
ਅਸੀਂ ਪਹੁੰਚ ਗਏ ਆਪਣੇ ਆਨਸਰ ਤੇ ਕਿ AC ਜਿਹੜਾ ਉਹ ਪਰਪੈਂਡੀਕੂਲਰ ਹੈ BD ਦੇ। ਨੈਕਸਟ ਕੁਐਸਚਨ ਬਹੁਤ ਈਜ਼ੀ ਹੈ, ਬੜਾ ਸਿੰਪਲ ਹੈ। ਸਮਾਂਤਰ ਰੇਖਾਵਾਂ ਵਾਲਾ ਚੈਪਟਰ ਤੁਸੀਂ ਕੀਤਾ ਸੀਗਾ, ਕਾਟਵੀਂ ਰੇਖਾਵਾਂ ਵਾਲਾ, ਬਸ ਉਹੀ ਪੁਆਇੰਟ ਅਸੀਂ ਇੱਥੇ ਅਪਲਾਈ ਕਰਾਂਗੇ। ਰਕਮ ਨੂੰ ਧਿਆਨ ਨਾਲ ਪੜ੍ਹੋ। ABCD ਇੱਕ ਸਮਾਂਤਰ ਚਤੁਰਭੁਜ ਹੈ। AP ਤੇ CQ ਸਿਖਰਾਂ AC A ਤੇ C ਤੋਂ ਦੋ ਵਿਕਰਨ ਹੈਗੇ ਆ, ਦੋ ਕਰਮਵਾਰ ਲੰਬ ਹਨ। ਅਸੀਂ ਦੋ ਚੀਜ਼ਾਂ ਦਰਸਾਉਣੀਆਂ। ਕਿਹੜੀਆਂ ਚੀਜ਼ਾਂ? APB ਸਰਬੰਗ ਸਮ ਹੈਗਾ CQD ਦੇ। ਦੂਸਰੀ ਚੀਜ਼ ਅਸੀਂ ਦਰਸਾਉਣੀ ਹੈ ਕਿ AP ਜਿਹੜਾ CQ ਦੇ ਬਰਾਬਰ ਹੈ। ਫਸਟ ਪੁਆਇੰਟ ਦੇਖੋ, ਅਸੀਂ ਪਹਿਲੇ ਫਸਟ ਪੁਆਇੰਟ ਦੇ ਵਿੱਚ ਐਂਗਲ ਜਿਹੜਾ ਇੱਥੇ ਅਸੀਂ ਨਾਮ ਲਿਖ ਲੈਂਦੇ ਹਾਂ। ਆਹ ਜਿਹੜਾ ਬੱਚੋ ਐਂਗਲ ਹੈ ਇਹਨੂੰ ਅਸੀਂ ਨਾਮ ਦੇ ਦਿੰਦੇ ਐਂਗਲ 2 ਦਾ। B ਜਿਹੜਾ ਇੱਧਰ ਵਾਲਾ ਕੋਣ ਹੈ ਇਹਨੂੰ ਇੱਕ ਐਂਗਲ ਦਾ ਨਾਮ ਦੇ ਦਿੰਦੇ ਆ। ਆਹ ਜਿਹੜਾ 3 ਕੋਣ ਹੈ ਇੱਧਰ ਵਾਲਾ 4 ਨੰਬਰ ਵਾਲਾ ਹੈ। ਚਾਰੋਂ ਕੋਣਾਂ ਦੇ ਅਸੀਂ ਨਾਮ ਲਿਖ ਲਏ। ਹੁਣ ਧਿਆਨ ਨਾਲ ਵੇਖੋ ਕਿ ਜਿਹੜਾ ਇੱਕ ਕੋਣ ਹੈ ਤੇ ਦੋ ਕੋਣ ਹੈ ਆਪਸ ਦੇ ਵਿੱਚ ਐਂਗਲਸ ਦੋਨੋਂ ਬਰਾਬਰ ਹੈ। ਕਿਵੇਂ ਬਰਾਬਰ ਹੈ? ਜੇਕਰ ਅਸੀਂ ਇਸ ਲਾਈਨ ਨੂੰ ਵਧਾ ਦਿੱਤਾ ਜਾਵੇ, A ਤੇ D ਲਾਈਨ, C ਤੇ B ਲਾਈਨ ਨੂੰ ਅਸੀਂ ਵਧਾਈਏ, ਆਹ ਵਿੱਚ ਹੋ ਗਈ ਕਾਟਵੀਂ ਰੇਖਾ। ਕਾਟਵੀਂ ਰੇਖਾ ਆ ਰਹੀ ਹੈ ਤੇ ਫਿਰ ਐਂਗਲ ਜਿਹੜੇ ਇੱਧਰ ਵਾਲੇ ਕੋਣ ਹੁੰਦੇ ਆ ਆਪਸ ਦੇ ਵਿੱਚ ਕੀ ਹੁੰਦੇ ਨੇ? ਬਰਾਬਰ। ਦੁਬਾਰਾ ਦੇਖੋ, ਇਸ ਡਾਇਗਰਾਮ ਨੂੰ ਥੋੜ੍ਹਾ ਜਿਹਾ ਦੁਬਾਰਾ ਬਣਾਓ ਕਿ ਇਹ ਹੈਗੀ ਹੈ ਸਾਡੇ ਕੋਲ ਕਾਟਵੀਂ ਰੇਖਾ। ਐਂਗਲ ਦੁਬਾਰਾ ਬਣਾਉਣੇ ਪੈਣੇ ਸਾਨੂੰ, ਇਹ ਵਾਲਾ। ਪਹਿਲੇ ਇੱਧਰ ਕੰਸਨਟਰੇਟ ਕਰੋ, 2 ਤੇ 1। ਆਹ ਪੈਰਲਲ ਲਾਈਨਸ ਬਣਾਓ, ਇਹਦੇ ਵਿੱਚ ਆਹ ਵਾਲੀ ਕਾਟਵੀਂ ਰੇਖਾ ਬਣਾਓ ਤੇ ਦੋ ਜਿਹੜਾ ਕੋਣ ਹੈ ਇੱਕ ਦੇ ਬਰਾਬਰ ਹੋਏਗਾ ਕਿਉਂਕਿ ਇਕਾਂਤਰ ਕੋਣ ਹੈਗੇ ਆ। ਐਂਗਲ 1 ਇਜ਼ ਇਕੁਅਲ ਟੂ ਐਂਗਲ 2 ਕਿਉਂਕਿ ਆਲਟਰਨੇਟ ਇੰਟੀਰੀਅਰ ਐਂਗਲਸ ਨੇ, ਇਕਾਂਤਰ ਅੰਦਰਲੇ ਕੋਣ। ਹੁਣ 2 ਤੇ 1 ਦੇ ਬਰਾਬਰ ਆ ਗਈ। ਉਸ ਤੋਂ ਬਾਅਦ ਦੇਖੋ ਸੈਕਿੰਡ ਕੰਡੀਸ਼ਨ ਦੇ ਵਿੱਚ ਅਸੀਂ ਐਂਗਲ ਆਪਣੇ ਕੋਲੋਂ ਲਿਖਣ ਲੱਗੇ ਹਾਂ, ਐਂਗਲ 3 ਤੇ ਐਂਗਲ 4। ਐਂਗਲ 3 ਤੇ ਐਂਗਲ 4 ਜਿਹੜਾ ਹੈ ਡਾਇਗਰਾਮ ਦੇ ਵਿੱਚ ਥੋੜ੍ਹਾ ਜਿਹਾ ਮੈਂ ਕਲਰ ਚੇਂਜ ਕਰਦੀ ਹਾਂ। ਇਹਨੂੰ ਅਸੀਂ ਬੱਚੋ 3 ਕਹਿਣਾ, ਇਹਨੂੰ ਅਸੀਂ 4 ਕਹਿਣਾ। ਤੇ ਹੁਣ ਜਿਹੜੀਆਂ ਕਾਟਵੀਆਂ ਰੇਖਾਵਾਂ ਬਣਨੀਆਂ ਨਾ, ਸਮਾਂਤਰ ਰੇਖਾਵਾਂ, ਉਹ ਹੈਗੀ ਜੇ P ਤੇ A ਵਾਲੀ ਤੇ C ਤੇ Q ਵਾਲੀ। ਆਹ ਰੈੱਡ ਵਾਲੀ ਹੁਣ ਤੇ ਫੋਕਸ ਕਰੋ। ਤੇ 3 ਤੇ 4 ਫੇਰ ਕੀ ਨੇ? ਇਹ ਵੀ ਇਕਾਂਤਰ ਅੰਦਰਲੇ ਕੋਣ ਹੈ, ਇਸ ਕਰਕੇ ਇਹ ਵੀ ਆਪਸ ਦੇ ਵਿੱਚ ਕੀ ਹੋਣਗੇ? ਬਰਾਬਰ। 3 ਤੇ ਐਂਗਲ 4 ਵੀ ਆਪਸ ਦੇ ਵਿੱਚ ਬਰਾਬਰ ਹੈ। ਸੇਮ ਪੁਆਇੰਟ ਲਿਖ ਲੈਣਾ ਕਿਉਂਕਿ ਇਹ ਵੀ ਇਕਾਂਤਰ ਅੰਦਰਲੇ ਕੋਣ ਹੈਗੇ ਆ। ਹੁਣ ਇਕਾਂਤਰ ਅੰਦਰਲੇ ਕੋਣ ਜੇ ਬਰਾਬਰ ਵੀ ਨੇ ਤੇ ਇੱਧਰ ਵਾਲਾ ਕੋਣ P ਵਾਲਾ ਕੋਣ 90 ਡਿਗਰੀ ਦਾ ਵਾ, ਇਹ ਵੀ ਫਿਰ ਕੀ ਹੋਏਗਾ? ਹਰੇਕ 90 ਡਿਗਰੀ ਦਾ, each 90 ਡਿਗਰੀ ਐਂਗਲ। ਤੀਸਰੀ ਕੰਡੀਸ਼ਨ ਦੇਖੋ, ਤੀਸਰੀ ਕੰਡੀਸ਼ਨ ਦੇ ਵਿੱਚ AB ਜਿਹੜੀ ਲਾਈਨ ਹੈ ਉਹ CD ਦੇ ਬਿਲਕੁਲ ਬਰਾਬਰ ਹੈ ਕਿਉਂਕਿ ਇਹ ਦੋਨੋਂ ਲਾਈਨਾਂ ਆਪਸ ਦੇ ਵਿੱਚ ਸਮਾਂਤਰ ਨੇ। 3 ਪੁਆਇੰਟ ਆ ਗਏ ਸਾਡੇ ਕੋਲ। 3 ਪੁਆਇੰਟ ਜਦੋਂ ਆ ਗਏ, 2 ਐਂਗਲ ਤੇ ਇੱਕ ਸਾਈਡ ਬਰਾਬਰ ਹੋਵੇ ਤੇ ਇਸ ਰੂਲ ਦੇ ਅਕੋਰਡਿੰਗ ਇਹ ਦੋਨੋਂ ਟ੍ਰਾਇੰਗਲਸ ਆਪਸ ਵਿੱਚ ਸਰਬੰਗ ਸਮ ਨੇ, ਕੌਨਗਰੂਐਂਟ ਟ੍ਰਾਇੰਗਲਸ ਆ ਗਈਆਂ। ਕੌਨਗਰੂਐਂਟ ਟ੍ਰਾਇੰਗਲਸ ਤੋਂ ਬਾਅਦ ਜੇ ਦੋਨੋਂ ਕੌਨਗਰੂਐਂਟ ਨੇ ਇਹਦਾ ਮਤਲਬ AP ਵੀ CQ ਦੇ ਬਰਾਬਰ ਹੋਵੇਗਾ। ਲਿਖੋ ਇਹਨੂੰ, ਡਾਇਗਰਾਮਸ ਨੂੰ ਬਸ ਲਾਈਨਸ ਦੇ ਵਾਈਜ਼ ਸਮਝਣਾ ਆ। 3 ਪੁਆਇੰਟਸ ਲਿਖ ਦੇਣੇ ਆ ਤੇ ਫਿਰ AAS ਰੂਲ ਦੇ ਅਕੋਰਡਿੰਗ ਦੋਨੋਂ ਟ੍ਰਾਇੰਗਲਸ ਸਰਬੰਗ ਸਮ ਵੀ ਆ ਗਈਆਂ, ਦੋਨੋਂ ਲਾਈਨਾਂ ਆਪਸ ਦੇ ਵਿੱਚ ਬਰਾਬਰ ਵੀ ਹੋ ਗਈਆਂ। ਲਾਸਟ ਕੁਐਸਚਨ ਆਫ ਦਿਸ ਵਰਕਸ਼ੀਟ, ਸਮਚਤੁਰਭੁਜ ਦੇ ਵਿਕਰਨਾਂ ਦੀ ਲੰਬਾਈ। ਹੁਣ ਸਮਚਤੁਰਭੁਜ ਅਸੀਂ ਡਰਾ ਕਰਾਂਗੇ ਇੱਕ। ਸਮਚਤੁਰਭੁਜ ਸਾਰੀਆਂ ਭੁਜਾਵਾਂ ਬਰਾਬਰ ਲੇਕਿਨ ਕਿਸੇ ਐਂਗਲ ਦੇ ਉੱਪਰ ਝੁਕੀਆਂ ਹੋਈਆਂ। ਇਹਦੇ ਵਿੱਚ ਇੱਕ ਵਿਕਰਨ, ਇਹਨੂੰ ਦੁਬਾਰਾ ਇਸ ਤਰੀਕੇ ਨਾਲ ਡਰਾ ਕਰੋ, ਇੱਧਰ ਨੂੰ ਬਣਾਓ ਪਤੰਗ ਵਾਂਗੂ, ਲੇਕਿਨ ਸਾਰੀਆਂ ਭੁਜਾਵਾਂ ਦੀ ਲੰਬਾਈ ਸਕੇਲ ਦੇ ਨਾਲ ਤੁਸੀਂ ਬਰਾਬਰ ਕਰ ਲੈਣੀ ਹੈ। ਫਿਰ ਇਹਨਾਂ ਦੇ ਵਿਕਰਨ ਬਣਾਓ, ਇਹ ਹੋ ਗਏ ਇਹਨਾਂ ਦੇ ਵਿਕਰਨ ਡਾਇਗਨਲਸ। ਹੁਣ ਵਿਕਰਨਾਂ ਦੀ ਲੰਬਾਈ ਜੇਕਰ 16 ਸੈਂਟੀਮੀਟਰ ਹੈ ਤੇ 12 ਸੈਂਟੀਮੀਟਰ ਹੈ, ਮਤਲਬ A B
C ਤੇ D। AC ਜਿਹੜਾ ਆ ਉਹ 16 ਸੈਂਟੀਮੀਟਰ ਕਹਿ ਲਓ ਵੱਡਾ ਵਿਕਰਨ। ਇਹ O ਤੇ ਕੱਟਦੇ ਪਏ ਨੇ ਤੇ ਫਿਰ OA ਕਿੰਨਾ ਆਇਆ ਤੇ OC ਦੇ ਹਿੱਸੇ ਕਿੰਨਾ ਆਇਆ। ਇਹ ਦੋਨਾਂ ਦੇ ਹਿੱਸੇ ਫਿਰ 8-8 ਸੈਂਟੀਮੀਟਰ ਆ ਗਿਆ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਮਚਤੁਰਭੁਜ ਦੇ ਵਿਕਰਨ ਜਿਹੜੇ ਨੇ ਉਹ ਵਿਕਰਨ ਜਿਹੜੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਨੇ, ਦੋ ਬਰਾਬਰ ਦੇ ਹਿੱਸਿਆਂ ਦੇ ਵਿੱਚ ਵੰਡਦੇ ਨੇ। ਤੇ 16 ਦੇ ਫਿਰ ਦੋ ਬਰਾਬਰ ਦੇ ਹਿੱਸੇ ਕਿਹੜੇ ਹੋ ਗਏ? 8 ਸੈਂਟੀਮੀਟਰ ਤੇ 8 ਸੈਂਟੀਮੀਟਰ। ਇੱਧਰ ਵੀ 8, ਇੱਧਰ ਵੀ 8। ਇਸੇ ਤਰ੍ਹਾਂ ਦੂਸਰਾ ਡਾਇਗਨਲ ਹੈ 12 ਸੈਂਟੀਮੀਟਰ, ਉਹਦਾ ਨਾਮ ਰੱਖ ਲੈਣੇ ਸੀ BD। BD ਹੁਣ 12 ਸੈਂਟੀਮੀਟਰ ਹੈ ਤੇ OB ਤੱਕ ਤੇ OD ਤੱਕ, OB ਤੱਕ ਤੇ OD ਤੱਕ, ਹਾਂਜੀ ਇਹ ਕਿੰਨਾ ਆ ਗਿਆ? 6-6 ਸੈਂਟੀਮੀਟਰ। ਦੋਨੋਂ 6-6 ਸੈਂਟੀਮੀਟਰ ਬਣ ਗਏ। ਹੁਣ ਤੁਸੀਂ ਸਿਰਫ ਧਿਆਨ ਦੇਣਾ ਇਹ ਵਾਲੇ ਇੱਕ ਡਾਇਗਰਾਮ ਤੇ, ਜਿਹੜਾ ਮੈਂ ਹੁਣ ਗ੍ਰੀਨ ਕਲਰ ਦਾ ਬਣਾਇਆ। ਅਸੀਂ ਜਾਣਦੇ ਹਾਂ ਕਿ ਸਮਚਤੁਰਭੁਜ ਦੇ ਜਿਹੜੇ ਵਿਕਰਨ ਨੇ ਆਪਸ ਦੇ ਵਿੱਚ ਸਮਦੁਭਾਜਿਤ ਕਰਦੇ ਨੇ, ਮਤਲਬ ਤੇ ਨਾਲ ਇੱਕ 90 ਡਿਗਰੀ ਦੇ ਕੋਣ ਤੇ ਵੀ ਕੱਟਦੇ ਨੇ, ਮਤਲਬ ਸਮਕੋਣ ਵੀ ਹੁੰਦੇ ਨੇ ਇੱਕ ਦੂਸਰੇ ਦੇ। ਹੁਣ ਇਹ ਡਾਇਗਰਾਮ ਬਣ ਗਿਆ ਜਿਹਦੀ ਇੱਕ ਭੁਜਾ 8 ਆ ਰਹੀ ਹੈ, ਇੱਕ ਭੁਜਾ 6 ਹੈ, ਤੇ ਬੱਚਿਓ ਅਸੀਂ AD ਭੁਜਾ ਕੱਢਣੀ ਹੈ। ਇਹੀ ਕੁਐਸਚਨ ਸੀਗਾ ਕਿ ਸਮਚਤੁਰਭੁਜ ਦੀ ਭੁਜਾ ਦੀ ਲੰਬਾਈ ਪਤਾ ਕਰੋ, AD ਪਤਾ ਕਰਨਾ ਹੈ। ਤੇ ਇੱਥੇ ਪਾਈਥਾਗੋਰਸ ਅਸੀਂ ਥਿਊਰਮ ਲਗਾਵਾਂਗੇ। ਪਾਈਥਾਗੋਰਸ ਥਿਊਰਮ ਦੇ ਅਕੋਰਡਿੰਗ ਕੀ ਹੈ ਕਿ ਕਰਨ ਦਾ ਸਕੇਅਰ ਬਰਾਬਰ ਹੈ ਆਧਾਰ ਦਾ ਸਕੇਅਰ ਜਮਾ ਲੰਬ ਦਾ ਸਕੇਅਰ, ਮਤਲਬ ਹਾਈਪੋਟਨਿਊਜ਼ ਸਕੇਅਰ ਇਜ਼ ਇਕੁਅਲ ਟੂ ਬੇਸ ਸਕੇਅਰ ਪਲਸ ਪਰਪੈਂਡੀਕੂਲਰ ਸਕੇਅਰ। ਹਾਈਪੋਟਨਿਊਜ਼ ਕਿੰਨਾ ਆ? AD ਸਕੇਅਰ। ਲੰਬ ਦੇ ਆਧਾਰ ਕਿੰਨੇ ਆ? 8 ਦੀ ਪਾਵਰ 2 ਤੇ 6 ਦਾ ਸਕੇਅਰ। 8 8 64 ਬਣ ਗਿਆ, 6 6 36 ਬਣ ਗਿਆ, ਦੋਨਾਂ ਨੂੰ ਪਲੱਸ ਕੀਤਾ ਆ ਗਿਆ 100। ਹੁਣ AD ਸਕੇਅਰ ਜਿਹੜਾ ਹੈ ਉਹ 100 ਦੇ ਬਰਾਬਰ ਹੈ ਤੇ ਕੱਲਾ AD ਕਿਹਦੇ ਬਰਾਬਰ ਹੋ ਜਾਏਗਾ? 100 ਦਾ ਅੰਡਰ ਰੂਟ ਵਿਚ ਇਜ਼ ਇਕੁਅਲ ਟੂ 10। ਤੇ ਜੇ ਸੈਂਟੀਮੀਟਰ ਲਿਖਿਆ ਤੇ ਅਸੀਂ ਆਨਸਰ 'ਚ ਵੀ ਭੁਜਾ 'ਚ ਵੀ ਸੈਂਟੀਮੀਟਰ ਲਿਖਾਂਗੇ। AD ਦੀ ਸਾਈਡ ਆ ਗਈ 10 ਸੈਂਟੀਮੀਟਰ। ਬੱਚਿਓ ਇਹ ਸੀਗੀ ਤੁਹਾਡੀ ਵਰਕਸ਼ੀਟ ਨੰਬਰ 8। ਹੁਣ ਅਸੀਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵਰਕਸ਼ੀਟ ਨੂੰ ਸੋਲਵ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ।